ਅੱਜ ਜਿਹੜੀ ਮੀਟਿੰਗ ਰਹੀ ਹੈ ਉਹ ਬੇਸਿੱਟਾ ਰਹੀ ਹੈ। ਕੇਂਦਰ ਸਰਕਾਰ ਨੇ ਬੜੀ ਢੀਠ ਸਹੀ ਮੱਲੀ ਹੋਈ ਹੈ। ਲੰਮਾ ਸਮੇਂ ਤੋਂ ਇੱਕੋ ਗੱਲ ਵਾਰ-ਵਾਰ ਹੋ ਰਹੀ ਆ ਕਿ ਤੁਸੀਂ ਛੋਟੀ ਕਮੇਟੀ ਬਣਾ ਲਓ, ਉਹਦੇ ਨਾਲ ਚਰਚਾ ਕਰ ਲੈਂਦੇ ਆ। ਤੁਸੀਂ ਕਿਹਾ ਵੀ ਅਸੀਂ ਮੀਟਿੰਗ 'ਚ ਤੈਅ ਕਰ ਚੁੱਕੇ ਹਾਂ ਕਿ ਸਾਰੀਆਂ ਜਥੇਬੰਦੀਆਂ ਦੇ ਆਗੂ ਉੱਥੇ ਮੌਜੂਦ ਰਹਿਣਗੇ। ਪਹਿਲਾਂ ਵੀ ਸਾਡੇ 'ਚੋਂ 5-4 ਸਾਥੀ ਵੀ ਗੱਲ ਕਰਦੇ ਆ ਕਿ ਜਿਨ੍ਹਾਂ ਨਾਲ ਜਿਹੜੀ ਤੁਸੀਂ ਗੱਲ ਕਰਨੀ ਹੈ ਇੱਥੇ ਗੱਲ ਕਰੋ। ਔਰ ਮੀਟਿੰਗ ਤੋਂ ਪਹਿਲਾਂ ਅਸੀਂ ਜਿਹੜਾ ਸਰਕਾਰ ਨੇ ਜਿਹੜੇ ਕੁਝ ਟਰਾਂਸਪੋਰਟਰ ਇੱਥੇ ਮੁਜ਼ਾਹਰਾਕਾਰੀਆਂ ਦੀ ਮਦਦ ਕਰ ਰਹੇ ਆ ਉਹਨਾਂ ਨੂੰ NI ਵੱਲੋਂ ਤੰਗ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ NI ਵੱਲੋਂ ਤੰਗ ਕੀਤਾ ਜਾ ਰਿਹਾ ਕਿ ਜਿਹੜੀ ਮੋਦੀ ਸਰਕਾਰ ਇੱਦਾਂ ਬਹੁਤ ਹੇਠਲੇ ਪੱਧਰ ਤੇ ਆ ਚੁੱਕੀ ਆ ਵੀ ਇਹ ਜਿਹੜੀ ਹਰਕਤ ਆ ਇਹ ਤੁਹਾਨੂੰ ਜਿਹੜੀ ਬੰਦ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਜਿਹੜਾ 307 ਦਾ ਪਰਚਾ ਉਹ ਇਰਾਦਾ ਕਤਲ ਦਾ ਪਰਚਾ ਹੁੰਦਾ, ਪਰ 307 ਦੇ ਪਰਚੇ ਜਿਹੜੇ ਹੈਗੇ ਮਾਮੂਲੀ ਗੱਲ ਤੋਂ ਜਿਹੜੇ ਕੀਤੇ ਜਾ ਰਹੇ ਹੈਗੇ ਆ ਵੀ ਜਿਹੜਾ ਸਰਕਾਰ ਇਸ ਤਰ੍ਹਾਂ ਅੰਦੋਲਨ ਨੂੰ ਦਬਾ ਨਹੀਂ ਸਕਦੀਗੀ। 307 ਦੇ ਪਰਚਿਆਂ ਦੇ ਬਾਵਜੂਦ ਵੀ ਹਰਿਆਣੇ 'ਚ ਅੰਦੋਲਨ ਇੰਨਾ ਵੱਧ ਚੁੱਕਾ ਕਿ ਹਰਿਆਣੇ 'ਚ ਇਹਨਾਂ ਨੂੰ ਆਪਣੀ ਜਿਹੜੀ ਸੀਗੀ ਰਾਜਨੀਤਿਕ ਸਰਗਰਮੀ ਉੱਥੋਂ ਦੀ ਸਰਕਾਰ ਨੂੰ ਔਰ ਜਿਹੜੀਆਂ ਕਿਸਾਨ ਮਾਂ ਪੰਚਾਇਤਾਂ ਕਰ ਰਹੇ ਸੀਗੇ ਉਹ ਰੱਦ ਕਰਨੀ ਪੈ ਰਹੀ ਹੈਗੀ ਆ। ਤੋ ਇਸ ਕਰਕੇ ਅਸੀਂ ਅੱਜ ਫੇਰ ਕਿਹਾ ਹੁਣ ਅਗਲੀ ਮੀਟਿੰਗ ਜਿਹੜੀ ਆ 19 ਤਰੀਕ ਦੀ ਤੈਅ ਹੋਈ ਆ। ਤਾਂ ਅਸੀਂ ਬਿਲਕੁਲ ਸਾਫ਼ ਕਿਹਾ ਕਿ 19 ਤਰੀਕ ਨੂੰ ਤਾਂ ਹੀ ਬੁਲਾਇਆ ਜਾਵੇ ਜੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਸਰਕਾਰ ਨੇ ਰੱਦ ਕਰਨਾ ਔਰ ਜਿਹੜੀ ਹੈਗੀ MSP ਦੇ ਉੱਪਰ ਜਿਹੜੀ ਹੈਗੀ ਆ ਕਾਨੂੰਨ ਬਣਾਉਣ ਦੀ ਚਰਚਾ ਕਰਨੀ ਆ। ਸਾਡੇ ਨਾਲ ਨੇ, ਲਓ ਜੀ ਕਿਵੇਂ ਰਿਹਾ ਜੀ ਅੱਜ ਦਾ ਜੀ? ਕਵਲਪ੍ਰੀਤ ਸਿੰਘ ਪੰਨੂ, ਕਨਵੀਨਰ ਕਿਸਾਨ ਸੰਘਰਸ਼ ਕਮੇਟੀ ਪੰਜਾਬ। ਜਿਹੜੀ ਪਿਛਲੀ ਮੀਟਿੰਗ ਸੀ 8 ਵਾਲੀ ਉਹਦੇ ਵਿੱਚ ਅਸੀਂ ਕਹਿ ਕੇ ਗਏ ਸਾਂ ਵੀ ਜੇ ਤੁਸੀਂ ਕਾਨੂੰਨਾਂ ਨੂੰ ਰਿਪੀਲ ਕਰਨ ਲਈ ਕੋਈ ਤੌਰ ਤਰੀਕਾ ਲੱਭਣਾ ਤੇ ਫਿਰ ਅੱਜ ਵਾਲੀ ਮੀਟਿੰਗ ਦਿਓ। ਅੱਜ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਫਿਰ ਉਹ ਪੁਰਾਣਾ ਰਾਗ ਕਿ ਤੁਸੀਂ ਬਹਿਸ ਕਰ ਲਓ, ਚਰਚਾ ਕਰ ਲਓ, ਚਰਚਾ ਕਰਕੇ ਜਿਹੜੀ ਗੱਲ ਤੇ ਤੁਹਾਨੂੰ ਕਿੰਤੂ ਪਰੰਤੂ ਆ ਉਹਦੇ ਤੇ ਸਰਕਾਰ ਵਿਚਾਰ ਕਰ ਲੈਂਦੀ ਹੈ। ਅਸੀਂ ਇਹ ਕਿਹਾ ਕਿ ਸਾਨੂੰ ਬਿਲਕੁਲ ਇਹ ਮਨਜ਼ੂਰ ਨਹੀਂ, ਅਸੀਂ ਕਾਨੂੰਨ ਰਿਪੀਲ ਕਰਾਉਣੇ ਆ। ਜਿੰਨਾ ਚਿਰ ਇਹ ਕਾਨੂੰਨ ਰਿਪੀਲ ਨਹੀਂ ਹੁੰਦੇ ਉਹਨਾਂ ਚਿਰ ਇਹ ਅੰਦੋਲਨ ਵਾਪਸ ਨਹੀਂ ਹੁੰਦਾ। ਇਸ ਕਰਕੇ ਦੂਜੀ ਗੱਲ ਜਿਹੜੀ ਮੀਟਿੰਗ ਆਈ 19 ਤਰੀਕ ਦੀ, ਅਸੀਂ ਭਾਵੇਂ ਅੱਜ ਦੀ ਮੀਟਿੰਗ ਕੁਝ ਨਹੀਂ ਨਿਕਲਿਆ ਪਰ ਇਹਦੇ ਵਿੱਚ ਅਸੀਂ ਗੱਲ ਕਹਿਣੀ ਚਾਹੁੰਦੇ ਆ ਕਿ ਅਸੀਂ ਮੀਟਿੰਗ 'ਚ ਤਾਂ ਆਏ ਆ, ਸਾਨੂੰ ਪਤਾ ਸੀ ਵੀ ਕੋਈ ਨਿਕਲਣਾ ਨਹੀਂ ਹੈ। ਇਸ ਮੀਟਿੰਗ 'ਚ ਤਾਂ ਆਏ ਸਾਂ ਵੀ ਸਾਡੇ ਤੇ ਇਹ ਦੋਸ਼ ਨਾ ਲੱਗੇ ਕਿ ਕਿਸਾਨ ਗੱਲਬਾਤ ਕਰਨੀ ਨਹੀਂ ਚਾਹੁੰਦੇ। ਅਸੀਂ ਗੱਲਬਾਤ ਜਾਰੀ ਰੱਖਾਂਗੇ, ਡੈਡਲਾਕ ਪੈਦਾ ਨਹੀਂ ਕਰਾਂਗੇ ਤੇ ਜਿੰਨਾ ਚਿਰ ਤੱਕ ਸਾਡੀਆਂ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਚਿਰ ਤੱਕ ਅੰਦੋਲਨ ਸਾਡਾ ਜਾਰੀ ਰਹੂਗਾ, ਇਹਨੂੰ ਹੋਰ ਤੇਜ਼ ਕਰਾਂਗੇ। ਧੰਨਵਾਦ ਪੰਨੂ ਸਾਹਿਬ। ਗੱਲ ਕਰਦੇ ਹਾਂ ਜੀ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਨਾਲ, ਕਿਵੇਂ ਮੀਟਿੰਗ ਅੱਜ ਦੀ ਰਹੀ ਤੇ ਕਿਵੇਂ ਮੀਟਿੰਗ ਦਾ ਰੁਖ ਰਿਹਾ ਜੀ? ਦੇਖੋ ਜੀ, ਮੀਟਿੰਗ ਵਿੱਚ ਚਰਚਾ ਹੋਈ ਹੈ, ਹੋਰ ਤਾਂ ਕੁਝ ਨਿਕਲਿਆ ਨਹੀਂ ਨਿਕਲਿਆ ਉਹ ਇੱਕ ਅਲੱਗ ਗੱਲ ਹੈ, ਲੇਕਿਨ ਇਹ ਗੱਲ ਸਾਰਿਆਂ ਨੇ ਮਹਿਸੂਸ ਕੀਤਾ ਵੀ ਇੱਥੇ ਹੀ ਸਰਕਾਰ ਔਰ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਗੱਲਬਾਤ ਦੇ ਵਿੱਚੋਂ ਹੀ ਹੱਲ ਨਿਕਲੇਗਾ। ਇਸ ਲਈ ਅਸੀਂ ਫਿਰ 19 ਤਾਰੀਖ ਨੂੰ ਬੈਠਾਂਗੇ ਔਰ ਇਹ ਤੇ ਮੁੱਦਿਆਂ ਤੇ ਚਰਚਾ ਕਰਾਂਗੇ। ਇਸ ਵਾਰੀ ਅਸੀਂ ਸਪਸ਼ਟ ਕਹਿ ਦਿੱਤਾ ਵੀ ਜਿਹੜੇ ਮੁੱਦੇ ਨੇ ਸਾਡੇ ਉਹ ਤਿੰਨੇ ਕਾਨੂੰਨ ਰਿਪੀਲ ਕਰਨੇ ਔਰ MSP ਦਾ ਮੁੱਦਾ ਜਿਹੜੇ ਵਿਚਾਲੇ ਫਸੇ ਖੜੇ ਆ ਉਸ ਦਿਨ ਇਹਨਾਂ ਦੇ ਉੱਤੇ ਗੱਲਬਾਤ ਹੋਏਗੀ। ਓਕੇ, ਨਹੀਂ ਇਹ ਤਾਂ ਆਪਾਂ ਲਾਸਟ ਟਾਈਮ ਵੀ ਇਹਨਾਂ ਨੂੰ ਇਹ ਚੀਜ਼ ਕਹੀ ਸੀ ਵੀ ਆਪਾਂ ਰਿਪੀਲ ਕਰਾਉਣ ਵਾਸਤੇ ਆਏ ਆ, ਉਹਦਾ ਦੱਸਿਓ। ਸੋ ਉਹ ਸਾਡੇ ਜਾਣਨਾ ਚਾਹੁੰਦੇ ਨੇ ਕਿਸਾਨ ਕਿ ਅੱਜ ਦਾ ਕਿਵੇਂ ਦਾ ਰਿਹਾ, ਕਿਉਂ ਨਹੀਂ ਉਹਨਾਂ ਨੇ ਕਿਸ ਮੁੱਦੇ ਤੇ ਗੱਲ ਕੀਤੀ? ਨਹੀਂ, ਉਹਨਾਂ ਦੀ ਉਹ ਬਾਰ-ਬਾਰ ਉਹ ਕਹਿੰਦੇ ਸੀ ਜੀ ਕੋਈ ਛੋਟੀ ਕਮੇਟੀ ਬਣਾਓ, ਛੋਟੀ ਕਮੇਟੀ ਬਣਾਓ। ਅਸੀਂ ਅੱਜ ਫੇਰ ਉਹਨਾਂ ਨੂੰ ਕਿਹਾ ਵੀ ਛੋਟੀ ਕਮੇਟੀ ਨਹੀਂ ਬਣਨੀ, ਜੋ ਕੁਝ ਹੋਏਗਾ ਸਾਰਿਆਂ ਦੇ ਸਾਹਮਣੇ ਹੋਏਗਾ। ਇਸ ਕਰਕੇ ਉਹ ਰੇੜਕੇ ਜਿਸ ਤਰ੍ਹਾਂ ਹੁੰਦਾ ਨਾ ਉੱਦਾਂ ਬਾਰ-ਬਾਰ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਬਈ ਤੁਸੀਂ, ਮੈਨੂੰ ਲੱਗਦਾ ਇਹ ਹੈ ਵੀ ਤੁਸੀਂ, ਤੁਹਾਡਾ ਮੂਡ ਨਹੀਂ ਅੱਜ ਗੱਲ ਕਰਨ ਦਾ। ਤੇ ਸਰਕਾਰ ਆਪਣੀਆਂ ਗੋਟੀਆਂ ਖੇਡਦੀ ਹੈ, ਅਸੀਂ ਆਪਣੇ ਹਿਸਾਬ ਨਾਲ ਕੈਲਕੂਲੇਟ ਕਰਦੇ ਹਾਂ। ਇਸ ਕਰਕੇ ਅਸੀਂ ਭੱਜਾਂਗੇ ਨਹੀਂ ਗੱਲਬਾਤ ਤੋਂ। 19 ਤਾਰੀਖ ਨੂੰ ਫਿਰ ਆਵਾਂਗੇ 12 ਵਜੇ। ਠੀਕ ਹੈ ਰਾਜੇਵਾਲ ਜੀ। ਗੱਲ ਕਰਦੇ ਹਾਂ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ। ਦੇਖੋ, ਇਸ ਮੀਟਿੰਗ ਨੂੰ ਜੇਕਰ ਇਹਨੂੰ ਸਵਾਰ ਕੇ ਸੀਰੀਅਸਲੀ ਦੇਖਿਆ ਜਾਵੇ ਤਾਂ ਮੀਟਿੰਗ ਮੈਨੂੰ ਲੱਗਦਾ ਇਹ ਲਗਭਗ ਬੇਸਿੱਟੇ ਵਰਗੀ ਹੈ। ਇਹਨੂੰ ਇੰਨਾ ਕੀ ਕਿਹਾ ਜਾ ਸਕਦਾ ਕਿ ਦੁਬਾਰਾ ਮੀਟਿੰਗ ਕਰਨ ਵਾਸਤੇ ਗੱਲ ਸੈੱਟ ਹੋਈ ਹੈ, ਲੇਕਿਨ ਇਹ ਜ਼ਰੂਰ ਹੈ ਗੱਲ ਕਿ ਇਸ ਵਾਰੀ ਮੀਟਿੰਗ ਦੇ ਵਿੱਚ ਆਗੂਆਂ ਨੇ ਇਹ ਗੱਲ ਠੋਕ ਕੇ ਰੱਖੀ ਹੈ ਕਿ ਸਰਕਾਰ ਸਾਨੂੰ ਮੀਟਿੰਗ ਦਾ ਟਾਈਮ ਤਾਂ ਦੇਵੇ ਦੁਬਾਰਾ ਜੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਹੈ। ਜੇ ਮੀਟਿੰਗ ਤੇ ਮੀਟਿੰਗ ਹੀ ਕਰੀ ਜਾਣੀ ਹੈ ਤਾਂ ਫਿਰ ਇਹਨਾਂ ਮੀਟਿੰਗਾਂ ਦਾ ਕੋਈ ਅਰਥ ਨਹੀਂ ਹੈ। ਸੋ ਇਸ ਗੱਲ ਦੇ ਵਿੱਚੋਂ ਫਿਰ ਇਹ ਗੱਲ ਮਤਲਬ ਜਿਹੜੀ ਉਹਨਾਂ ਨੇ ਸਾਨੂੰ 19 ਤਰੀਕ ਦੀ ਮੀਟਿੰਗ ਦਿੱਤੀ ਹੈ ਔਰ ਇਹਦੇ ਤੇ ਦੇਖਦੇ ਹਾਂ ਅੱਗੇ ਮਤਲਬ ਸਰਕਾਰ ਕੀ ਕਰਦੀ ਹੈ। ਲੇਕਿਨ ਅੱਜ ਤਾਂ ਸਰਕਾਰ ਦਾ ਸਿਰਫ ਇੱਕ ਤਰ੍ਹਾਂ ਦਾ ਇਹ ਇਸ ਗੱਲ ਤੇ ਜ਼ੋਰ ਸੀਗਾ, ਇਹ ਕਹਿ ਲਈਏ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਚੱਲ ਰਹੀ ਹੈ ਸਰਕਾਰ ਦੀ ਕੋਸ਼ਿਸ਼ ਸੀਗੀ ਕਿ ਇੱਕ ਛੋਟੀ ਕਮੇਟੀ ਬਣਾਓ,
ਭਾਵ ਕੁਛ ਜਥੇਬੰਦੀਆਂ ਨੂੰ ਵਿੱਚੋਂ ਪਾੜਨ ਦੀ ਕੋਸ਼ਿਸ਼ ਕਰ ਰਹੀ ਸੀ ਸਰਕਾਰ, ਜਿਹਦੇ ਤੋਂ ਮਤਲਬ ਅਸੀਂ ਪੂਰੀ ਸਤਰਕਤਾ ਵਰਤਦੇ ਹਾਂ। ਅਸੀਂ ਉਹਨਾਂ ਦੀ ਉਸ ਗੱਲ ਤੇ ਸਹਿਮਤ ਨਹੀਂ ਹੋਏ। ਇਹ ਸਨ ਡੱਲੇਵਾਲ ਜੀ। ਬੂਟਾ ਸਿੰਘ ਸ਼ਾਦੀਪੁਰ ਜੀ, ਤੁਹਾਡੇ ਵਿਚਾਰ ਜੀ ਅੱਜ ਦੀ ਮੀਟਿੰਗ ਨੂੰ ਲੈ ਕੇ। ਸਾਡੇ ਵਿਚਾਰ ਜਿਹੜੇ ਇਹਨਾਂ ਨੇ ਦੱਸਦੇ ਹਨ, ਸਾਡੇ ਅਗਵਾਨ ਨੇ ਜਿਹੜੇ ਆਪਾਂ ਉੱਥੇ ਸਪੀਕਰ ਬਣਾਇਆ, ਇਹਨਾਂ ਸਾਰੀ ਗੱਲਬਾਤ ਕੀਤੀ, ਅਸੀਂ ਸੁਣਦੇ ਰਹੇ ਹਾਂ। ਜੋ ਉਹਨਾਂ ਨੇ ਗੱਲ ਕੀਤੀ ਠੀਕ ਹੈ ਵੀ ਸਰਕਾਰ ਅਜੇ ਤਾਂ ਲਮਕਾ ਰਹੀ ਹੈ। ਸਰਕਾਰ ਨੂੰ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਸਰਕਾਰ ਨੂੰ ਨੀਤੀ ਨੀਅਤ ਸਾਫ਼ ਕਰਨੀ ਚਾਹੀਦੀ ਹੈ, ਤਾਂ ਮਸਲਾ ਹੱਲ ਹੋਣਾ। ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਆਪਣੀਆਂ ਰੱਖੀਆਂ ਨੇ ਜੀ ਉੱਥੇ। ਪ੍ਰੇਮ ਸਿੰਘ ਭੰਗੂ ਜੀ, ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਕਿਵੇਂ ਦਾ ਅੰਦਰ ਜੋ ਵਿਚਾਰ ਚਰਚਾ ਜਿਵੇਂ ਹੋਈ ਉਹ ਦੱਸਿਓ ਜੀ। ਮੈਂ ਸਮਝਦਾ ਇੱਕ ਗੱਲ ਜ਼ਰੂਰ ਸਾਫ਼ ਹੋਈ ਅੱਜ ਦੀ ਮੀਟਿੰਗ ਦੇ ਵਿੱਚ, ਜਿਸ ਤਰ੍ਹਾਂ ਇੱਕ ਕਨਫਿਊਜ਼ਨ ਬਣਿਆ ਹੋਇਆ ਸੀ ਨਾ ਵੀ ਕੋਈ ਕਮੇਟੀ ਬਣ ਗਈ ਸ਼ਾਇਦ ਉਹ ਉਧਰ ਸ਼ਿਫਟ ਹੋ ਜਾਏਗਾ। ਅੱਜ ਸਰਕਾਰ ਨੇ ਆਪ ਹੀ ਕਿਹਾ ਵੀ ਜਿਹੜਾ ਮਸਲਾ ਹੱਲ ਹੋਣਾ ਹੈ ਉਹ ਆਰਗੇਨਾਈਜੇਸ਼ਨ ਦੇ ਸਰਕਾਰ ਦੇ ਵਿੱਚ ਹੀ ਹੋਣਾ ਹੈ। ਉਹ ਇਸ ਮੀਟਿੰਗ ਹੋ ਜਾਏ ਅਗਲੀ ਮੀਟਿੰਗ 'ਚ ਹੋ ਜਾਏ। ਉਹ ਰੁਖ ਉਹਨਾਂ ਜ਼ਰੂਰ ਸਖਤ ਸੀ, ਬਾਰ-ਬਾਰ ਉਹੀ ਕਹਿੰਦੇ ਸੀ ਵੀ ਦੁਬਾਰਾ ਉਹਨਾਂ ਦੇ ਬਹਿਸ ਕਰੋ, ਤੁਸੀਂ ਇਹਨਾਂ ਦੇ ਕਰੋ। ਪਰ ਸਾਡਾ ਕੇਸ ਤਾਂ ਬੜਾ ਸਾਫ਼ ਹੈ, ਦਿਨ ਇੱਕ ਨੂੰ ਰਿਪੀਲ ਕਰੋ, MSP ਦੇ ਕਾਨੂੰਨ ਬਣਾਓ। ਤੁਸੀਂ ਇਸ ਮੀਟਿੰਗ 'ਚ ਕਰੋ, ਅਗਲੀ ਮੀਟਿੰਗ 'ਚ ਕਰੋ। ਉਹਨਾਂ ਨੇ ਆਪਣੇ ਆਪ ਹੀ ਟਾਈਮ ਅਗਲੀ ਮੀਟਿੰਗ ਦਾ ਦਿੱਤਾ। ਇਸ ਲਈ ਅਸੀਂ ਆਵਾਂਗੇ, ਇਸ ਤਾਂ ਹਰ ਮੀਟਿੰਗ ਲਈ ਤਿਆਰ ਹਾਂ। ਡੈਡਲੌਗ ਦੀ ਫੇਵਰ 'ਚ ਨਹੀਂ ਹੈ। ਨੈਗੋਸੀਏਸ਼ਨ ਵਿਲ ਕੰਟੀਨਿਊ। ਬਸ ਇਹੋ ਹੀ ਅੱਜ ਤਾਂ ਹੋਇਆ। ਮਨਜੀਤ ਸਿੰਘ ਰਾਏ ਜੀ ਨੇ। ਮਨਜੀਤ ਰਾਏ ਜੀ ਨੂੰ ਮੈਂ ਪੁੱਛਣਾ ਚਾਹਾਂਗਾ ਕਿ MSP ਦੇ ਮੁੱਦੇ ਦੇ ਉੱਪਰ ਕਿਵੇਂ ਗੱਲ ਹੋਈ ਸਰਕਾਰ ਦੇ ਨਾਲ, ਤੇ ਕੀ ਉਹਨਾਂ ਦਾ ਵਿਚਾਰ ਸੀ ਤੇ ਕੀ ਉਹਨਾਂ ਦਾ ਜਵਾਬ ਸੀ। ਸਰਕਾਰ ਨੇ ਇਹੀ ਗੱਲ ਆਖੀ ਹੈ ਕਿ ਆਪਾਂ ਬਾਰ-ਬਾਰ ਸਰਕਾਰ ਇਹ ਚਾਹੁੰਦੀ ਸੀ ਵੀ ਛੋਟੀ ਕਮੇਟੀ ਬਣਾਈ ਜਾਵੇ, ਪਰ ਉਹ ਤੋਂ ਆਪਾਂ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਿਖੇਧੀ ਕੀਤੀ ਆ, ਇਨਕਾਰ ਕੀਤਾ ਕਿ ਅਸੀਂ ਛੋਟੀ ਕਮੇਟੀ ਕੋਈ ਨਹੀਂ ਬਣਾਉਣੀ। ਔਰ ਜਿਹੜੀ ਗੱਲ ਹੈਗੀ ਆ, ਸਰਕਾਰ ਨੇ ਫਿਰ ਆਪਣਾ ਇਹ ਰੁਖ ਦੱਸਿਆ ਕਿ ਜਿਹੜੀ ਮੁੱਖ ਮੰਗ ਤੁਹਾਡੀ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਉਹਨੂੰ ਪਹਿਲਾਂ ਆਪਾਂ ਨਿਪਟਾ ਲਈਏ, ਫਿਰ MSP ਵੀ ਕਰਾਂਗੇ। ਤੇ ਇਸ ਕਰਕੇ ਦੋਵਾਂ ਤੇ ਚਰਚਾ ਹੋਏਗੀ ਔਰ ਅਗਲੀ ਮੀਟਿੰਗ 'ਚ ਲੱਗਦਾ ਹੈ ਕਿ ਕੋਈ ਗੱਲ ਦਾ ਲਾਗੇ ਪਹੁੰਚਾਂਗੇ। ਪਰ ਸਰਕਾਰ ਜਿਹੜੀ ਹਾਲੇ ਉੱਥੇ ਅੜੀ ਹੋਈ ਹੈ ਕਿ ਆਪਾਂ ਸੋਧਾਂ ਕਰ ਲਈਏ, ਪਰ ਅਸੀਂ ਸੋਧਾਂ ਦੇ ਵਿੱਚ ਅਸੀਂ ਰਾਜੀ ਨਹੀਂ ਸੀਗੇ। ਇਸ ਕਰਕੇ ਹੁਣ ਜਿਹੜੀ ਅਗਲੀ ਮੀਟਿੰਗ ਹੋਈ ਹੈ, ਰੱਖੀ ਗਈ ਹੈ, ਉਹ 19 ਤਰੀਕ ਦੀ ਮੀਟਿੰਗ ਰੱਖੀ ਗਈ ਹੈ। ਤਾਂ ਸੋ ਇਹਦੇ ਅਗਲੀ ਮੀਟਿੰਗ 'ਚ ਦੇਖੋ ਕੁਝ ਨਿਕਲ ਕੇ ਆਉਂਦਾ ਕਿ ਨਹੀਂ। ਕੁਲਵੰਤ ਸੰਧੂ ਜੀ ਨੇ। ਕੁਲਵੰਤ ਸੰਧੂ ਜੀ, MSP ਦੇ ਉੱਪਰ ਸਰਕਾਰ ਨੇ ਕੋਈ ਗੱਲ ਕੀਤੀ ਜਾਂ ਨਹੀਂ ਕੀਤੀ, ਕਲੀਅਰ ਥੋੜਾ ਜਿਹਾ ਦਿਓ ਜੀ। MSP ਤੇ ਉਹਨਾਂ ਨੇ ਕਿਹਾ ਇਹ ਜਾਰੀ ਰਹੂਗੀ, ਇਹਦੇ ਵਿੱਚ ਕੋਈ ਤਬਦੀਲੀ ਨਹੀਂ ਕਰਾਂਗੇ, ਜਵਾਨੀ ਗੁਲਾਮੀ। ਪਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤੇ ਕਾਨੂੰਨ ਬਣਾਓ, ਕਾਨੂੰਨੀ ਗਰੰਟੀ ਦਿਓ। ਕਾਨੂੰਨ ਇਹ ਤੇ ਪਹਿਲਾਂ ਵੀ MSP ਤੇ ਹੈ ਨਹੀਂ ਸੀ, ਪਰ ਜਦੋਂ ਇਹਨਾਂ ਨੇ 3 ਕਾਨੂੰਨ ਬਣਾਤੇ ਆ ਤੇ ਸਾਨੂੰ ਸ਼ੱਕ ਆ ਵੀ MSP ਨਹੀਂ ਰਹਿ ਸਕਣੀ। ਕਾਨੂੰਨ ਬਣਾਉਣ ਤੋਂ ਉਹ ਝੱਕਦੇ ਆ। ਅਸੀਂ ਕਹਿੰਦੇ ਕਾਨੂੰਨ ਤੋਂ ਬਿਨਾਂ ਕੋਈ ਗਰੰਟੀ ਨਹੀਂ, ਤੇ ਤੁਹਾਡੀ ਸਰਕਾਰ ਲਿਖ ਕੇ ਦੇ ਦਿਓ ਜਾਂ ਨਾ ਕਰ ਦਿਓ, ਉਹਦੀ ਕੋਈ ਵੈਲਿਊ ਨਹੀਂ ਗੀ। ਇਸ ਗੱਲ ਤੋਂ ਥਿੜਕਦੇ ਆ ਔਰ ਗੱਲਬਾਤ ਥੋੜ੍ਹੀ ਅੱਗੇ ਤੁਰੀ ਆ। 3 ਕਾਨੂੰਨਾਂ ਬਾਰੇ ਉਹ ਕਹਿੰਦੇ ਸੋਧਾਂ ਕਰਾ ਲਓ, ਸਾਨੂੰ ਰੱਦ ਕਰਨ ਨੂੰ ਨਾ ਕਹੋ, ਜੇ ਤੇ ਤੁਹਾਨੂੰ ਓਬਜੈਕਸ਼ਨ ਹੈ ਉਹ ਕਰ ਲਓ। ਅਸੀਂ ਉਹਨਾਂ ਨੂੰ ਕਹਿੰਦੇ ਆ ਜੇ ਸੋਧਾਂ ਨੂੰ ਤੁਸੀਂ ਤਿਆਰ ਹੋ, ਜਦ ਸੁਪਰੀਮ ਕੋਰਟ ਨੇ ਰੋਕ ਲਾਤੀ ਆ, ਜੇ 80% ਕਾਨੂੰਨ ਗਲਤ ਹੋਣ ਤਾਂ ਰੋਕ ਲੱਗਦੀ ਆ, ਰੋਕ ਐਵੇਂ ਨਹੀਂ ਲੱਗਦੀ। ਇਹ ਗੱਲ ਵੱਖਰੀ ਆ, ਮੁੜ ਕੇ ਸੁਪਰੀਮ ਕੋਰਟ ਨੂੰ ਮੈਨੇਜ ਕਰ ਲੈਣ, ਕੀ ਕਰ ਲੈਣ, ਕੁਛ ਨਹੀਂ ਕਿਹਾ ਜਾ ਸਕਦਾ। ਅਸੀਂ ਉਹਨਾਂ ਨਾਲ ਇਹ ਕਿਹਾ ਵੀ ਤੁਸੀਂ ਡਬਲ ਸਟੈਂਡਰਡ ਨਾ ਵਰਤੋ। ਇੱਕ ਪਾਸੇ ਤੁਸੀਂ ਪਿੰਡਾਂ ਦੇ ਵਿੱਚ ਆਪਣੇ ਬੰਦੇ ਤੋਰੇ ਆ ਕਾਨੂੰਨਾਂ 'ਚ ਪ੍ਰਚਾਰ ਕਰਨ ਨੂੰ, ਉਹਨੇ ਕਿਹਾ ਵੀ ਹਰਿਆਣੇ ਵਿੱਚ ਵੀ ਅਸੀਂ ਬੰਦ ਕਰਤਾ, ਪੰਜਾਬ 'ਚ ਵੀ ਬੰਦ ਕਰਾਂਗੇ। ਸੰਧੂ ਸਾਹਿਬ, ਅਸੈਂਸ਼ੀਅਲ ਕਮੋਡਿਟੀ ਐਕਟ ਦੇ ਉੱਪਰ ਵੀ ਚਰਚਾ ਹੋਈ ਹੈ ਉੱਪਰ, ਉਹਦੇ ਬਾਰੇ ਥੋੜਾ ਜਿਹਾ ਵਿਚਾਰ ਦਿਓ ਕਿ ਉਹ ਕੀ ਗੱਲਬਾਤ ਹੋਈ। ਅਸੈਂਸ਼ੀਅਲ ਕਮੋਡਿਟੀ ਐਕਟ 'ਤੇ ਅਸੀਂ ਉਹਨਾਂ ਨੂੰ ਕਹਿੰਦੇ ਸੀਗੇ ਵੀ ਤੁਹਾਨੂੰ ਰੱਦ ਕਰਨ 'ਤੇ ਬਹੁਤਾ ਡਰ ਲੱਗਦਾ ਵੀ ਇਹ ਤਾਂ ਰੱਦ ਨਹੀਂ ਕਰਨਾ ਪੈਣਾ। ਉਹਦੇ ਵਿੱਚ 1955 ਵਾਲੇ ਅਸੈਂਸ਼ੀਅਲ ਕਮੋਡਿਟੀ ਐਕਟ ਵਿੱਚ ਇਹਨਾਂ ਨੇ ਅਮੈਂਡਮੈਂਟ ਕੀਤੀ ਸੀ। ਅਸੀਂ ਕਿਹਾ ਅਮੈਂਡਮੈਂਟ ਵਾਪਸ ਲੈ ਲਓ। 2 ਅਮੈਂਡਮੈਂਟਾਂ ਕੀਤੀਆਂ ਉਹਦੇ ਵਿੱਚ ਉਹਨਾਂ ਨੇ। ਅਸੀਂ ਕਿਹਾ ਅਮੈਂਡਮੈਂਟ ਵਾਪਸ ਲੈ ਲਓ। ਉਹ ਪਹਿਲਾਂ ਤਾਂ ਕਹਿੰਦੇ ਸੀ ਬਿਲਕੁਲ ਨਹੀਂ ਹੋ ਸਕਦਾ, ਜੇ ਉਹ ਅਸੀਂ ਇਹਨੂੰ ਐਮਰਜੈਂਸੀ ਵੇਲੇ ਯੂਜ਼ ਕਰ ਸਕਦੇ ਹਾਂ। ਇੱਕ ਤਾਂ ਉਹਦੇ ਵਿੱਚ ਇਹ ਲਿਖਿਆ ਆ ਵੀ ਜਿਹੜਾ ਸਟਾਕ ਆ ਪ੍ਰਾਈਵੇਟ ਲੋਕਾਂ ਕੋਲ ਹੋਊਗਾ, ਉਹਨੂੰ ਅਸੀਂ ਕਿਸੇ ਐਮਰਜੈਂਸੀ ਵੇਲੇ, ਕੁਦਰਤੀ ਆਫਤ ਵੇਲੇ, ਕਿਸੇ ਖੁਰਾਕ ਦੀ ਸਮੱਸਿਆ ਵੇਲੇ ਅਸੀਂ ਜਦੋਂ ਮਰਜ਼ੀ ਇਹਨੂੰ ਵਰਤ ਸਕਦੇ ਹਾਂ, ਹਟਾ ਸਕਦੇ ਹਾਂ। ਦੂਜਾ, ਜਦੋਂ ਕੀਮਤਾਂ ਡਬਲ ਹੋਣਗੀਆਂ ਉਦੋਂ ਇੰਟਰਵੀਨ ਕਰਨਾ। ਅਸੀਂ ਕਿਹਾ ਦੋਨੇ ਗੱਲਾਂ ਗਲਤ ਆ। ਤੁਸੀਂ ਫੋਰ ਐਵਰ ਕਿਉਂ ਨਹੀਂ ਲਾਗੂ ਕਰਦੇ, ਤੁਸੀਂ ਆਪਣੇ ਕੰਟਰੋਲ 'ਚ ਰੱਖੋ। ਇਹ ਤੇ ਉਹ ਥੋੜਾ ਸਹਿਮਤ ਹੋਇਆ ਵੀ ਇਹ ਤੇ ਡਾਇਲੋਗ ਕੀਤਾ ਜਾ ਸਕਦਾ। ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਗੱਲ ਕਰਦੇ ਹਾਂ ਅਮਰਜੀਤ ਸਿੰਘ ਰੜਾ ਜੀ। ਰੜਾ ਸਾਹਿਬ, ਤੁਹਾਡੇ ਕੀ ਵਿਚਾਰ, ਤੁਸੀਂ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਅੱਜ ਜੀ? ਵਿਚਾਰ ਤਾਂ ਇਹੀ ਹੈ ਕਿ ਸਰਕਾਰ ਇਸ ਵੇਲੇ ਚਰਚਾ ਦੇ ਮੂਡ 'ਚ ਲੱਗ ਰਿਹਾ ਕਿ ਇਹ ਕਿਸੇ ਤਰ੍ਹਾਂ ਦਾ ਵੀ ਡੈਡਲੌਕ ਨਹੀਂ ਚਾਹੁੰਦੀ ਸਰਕਾਰ। ਔਰ MSP ਦੇ ਉੱਤੇ ਜਿੱਥੇ ਥੋੜ੍ਹਾ ਜਿਹਾ ਪਾਸਾ ਵੱਟ ਰਹੀ ਹੈ MSP ਤੋਂ
ਕਾਨੂੰਨ ਬਣਾਉਣ ਤੋਂ, ਉੱਥੇ ਕਾਨੂੰਨਾਂ ਦੇ ਉੱਤੇ ਛੋਟੀ ਕਮੇਟੀ ਜਿਹੜੀ ਸ਼ੁਰੂ ਤੋਂ ਮੰਗ ਕਰਦੀ ਆ ਰਹੀ ਹੈ ਕਿ ਛੋਟੀ ਕਮੇਟੀ ਬਣਾ ਦਿਓ, ਛੋਟੀ ਕਮੇਟੀ ਬਣਾ ਦਿਓ, ਉਹ ਠੀਕ ਉਸੇ ਤਰ੍ਹਾਂ ਦਾ ਰਾਗ ਅਲਾਪ ਰਹੀ ਹੈ। ਪਰ ਅੱਗੇ ਨਾਲੋਂ ਕੁਛ ਐਂ ਲੱਗਦਾ ਕਿ ਉਹਨਾਂ ਦੀ ਮੀਟਿੰਗਸ ਦੀ ਜਿਹੜੀ ਸਪੀਡ ਉਹ ਵਧੀ ਆ, ਅੱਗੇ ਨਾਲੋਂ ਹੋਰ ਜਲਦੀ ਮੀਟਿੰਗਸ ਹੋਣਗੀਆਂ ਤੇ ਆਸ ਹੈ ਕਿ 26 ਤੋਂ ਪਹਿਲਾਂ ਕੁਛ ਨਾ ਕੁਛ ਹੱਲ ਨਿਕਲੇਗਾ ਜੀ। ਪੈਰੋ ਜੀ ਤੁਹਾਡੇ ਅੱਜ ਦੀ ਮੀਟਿੰਗ ਨੂੰ ਲੈ ਕੇ ਬਹੁਤ ਹੋ ਗਿਆ। ਓਕੇ, ਤੁਹਾਡੇ ਜੀ। ਹਾਂਜੀ, ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੇਸਿੱਟਾ ਰਹੀ ਹੈ ਤੇ ਉਹਦੇ ਵਿੱਚ ਅਗਲੀ ਮੀਟਿੰਗ ਹੈ ਜਿਹੜੀ 19 ਨੂੰ ਰੱਖੀ ਗਈ ਹੈ। ਜਿੱਥੇ ਤੱਕ ਹੈਗਾ ਅੱਜ ਕੋਈ ਜਿਹੜੀ ਚਰਚਾ ਹੋਈ ਹੈ, ਅਸੀਂ ਉਹਦੇ 'ਚ ਕਿਹਾ ਵੀ MSP ਤੇ ਔਰ ਇਹ ਤਿੰਨੇ ਕਾਨੂੰਨਾਂ ਨੂੰ ਰਿਪੀਲ ਕਰਨ ਬਾਰੇ ਹੀ ਅਗਲੀ ਮੀਟਿੰਗ ਦੇ ਵਿੱਚ ਚਰਚਾ ਹੋਵੇ। ਔਰ ਅਸੀਂ ਸਰਕਾਰ ਨੂੰ ਦੂਸਰਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ NIA ਦਾ ਸਾਡੇ ਟਰਾਂਸਪੋਰਟਰਾਂ ਤੇ ਔਰ ਜਿਨ੍ਹਾਂ ਨੇ 21 ਗਰੀਬ ਲੋਕਾਂ ਨੂੰ 50-50 ਹਜ਼ਾਰ ਰੁਪਈਆ ਦਿੱਤਾ ਸੀ, ਉਹਨਾਂ ਤੇ ਜਿਹੜੇ ਉਹਨਾਂ ਨੇ ਕੀਤਾ ਆਪਣਾ ਕੇਸ ਬਣਾਏ ਨੇ, ਉਹਨਾਂ ਨੂੰ ਅਸੀਂ ਅੱਜ ਬੜਾ ਜ਼ਬਰਦਸਤ ਤਰੀਕੇ ਨਾਲ ਉਹਦਾ ਵਿਰੋਧ ਕੀਤਾ। ਔਰ ਮੰਤਰੀ ਜੀ ਨੇ ਕਿਹਾ ਵੀ ਮੈਂ ਇਹ 'ਤੇ ਚਰਚਾ ਕਰੂੰਗਾ ਪੂਰੀ ਤਰ੍ਹਾਂ। ਇਹ ਗੱਲ ਉਹਨਾਂ ਨਾਲ ਹੋਈ ਹੈ। ਬਾਕੀ ਜਿੱਥੇ ਤੱਕ ਰਹੀ ਅੱਜ ਜਿਹੜਾ ਅਸੈਂਸ਼ੀਅਲ ਸਰਵਿਸ ਜਿਹੜਾ ਕਾਨੂੰਨ ਆ ਉਹ ਤੋਂ ਚਰਚਾ ਕਰਨੀ ਚਾਹੁੰਦੀ ਸੀ, ਅਸੀਂ ਉਹ 'ਚ ਕਿਹਾ ਸੀ ਉਹਨਾਂ ਨੂੰ ਵੀ ਉਹ ਕਾਨੂੰਨ ਨਹੀਂ ਹੈ, ਉਹ ਤਾਂ ਅਮੈਂਡਮੈਂਟ, ਉਹਨੂੰ ਤੁਹਾਨੂੰ ਵਾਪਸ ਲੈਣਾ ਚਾਹੀਦਾ। ਰਿਪੀਲ ਇਹਦੇ 'ਚ ਕੋਈ ਗੱਲ ਰਿਪੀਲ ਨਾਂ ਦੀ ਹੈ ਨਹੀਂ। ਠੀਕ ਹੈ। ਬਲਵੰਤ ਬਹਿਰਾਮਕੇ ਜੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਨੇ। ਬਹਿਰਾਮਕੇ ਜੀ, ਕਿਵੇਂ ਦਾ ਅੰਦਰ ਤੁਹਾਡੇ ਕੀ ਜੱਜਮੈਂਟ ਨੇ ਜੀ? ਅੰਦਰ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵਾਰ-ਵਾਰ ਫੋਰਸ ਕੀਤਾ ਗਿਆ ਉਹਨਾਂ ਵੱਲੋਂ ਵੀ ਤੁਸੀਂ ਛੋਟੀ ਕਮੇਟੀ ਬਣਾਓ, ਔਰ ਸਾਡੇ ਮਾਣਯੋਗ ਆਗੂਆਂ ਵੱਲੋਂ ਜਿਵੇਂ ਕੁਲਵੰਤ ਸੰਧੂ ਜੀ ਹੋਰੀ, ਰਾਜੇਵਾਲ ਸਾਹਿਬ, ਇਹਨਾਂ ਵੱਲੋਂ ਕਿਹਾ ਗਿਆ ਵੀ ਅਸੀਂ 500 ਜਥੇਬੰਦੀਆਂ ਪੂਰੇ ਦੇਸ਼ ਦੀਆਂ। ਇੱਕ ਚੀਜ਼ ਮੈਨੂੰ ਦੱਸਿਓ ਕਿ ਜਿਹੜੀ ਗੱਲ ਸੁਪਰੀਮ ਕੋਰਟ ਦੀ ਕਮੇਟੀ ਨੂੰ ਲੈ ਕੇ ਜਾਂ ਸਰਕਾਰ ਦੀ, ਉਹਦੇ ਪ੍ਰਤੀ ਸਰਕਾਰ ਦਾ ਕੀ ਵਤੀਰਾ ਰਿਹਾ? ਕੋਈ ਅੰਦਰ ਇਸ ਪ੍ਰਤੀ ਕੋਈ ਗੱਲਬਾਤ ਨਹੀਂ ਹੋਈ ਕੋਈ ਵੀ। ਬਾਕੀ ਹੋਰ ਹੀ ਜਿਹੜੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਸਭ ਤੋਂ ਵਧੀਆ ਤੇ ਇਹ ਗੱਲ ਰਹੀ ਆ ਵੀ ਅਸੀਂ ਕਿਸੇ ਵੀ ਕਮੇਟੀ ਨਾਲ ਗੱਲਬਾਤ ਕਰਨਾ ਨਹੀਂ ਚਾਹੁੰਦੇ। ਅਸੀਂ ਤਾਂ ਕੇਵਲ ਜਿਹੜੀ ਆਪਣੀ ਕਮੇਟੀ ਬਣਾਈ ਹੋਈ ਹੈ 40 ਦੀ, ਇਹ ਹੀ ਆਣ ਕੇ ਕੇਂਦਰ ਨਾਲ ਗੱਲਬਾਤ ਕਰੇਗੀ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਮੁੜੇਗੀ। ਧੰਨਵਾਦ। ਕਿਰਪਾ ਸਿੰਘ ਜੀ, ਇਸ ਚੀਜ਼ ਤੇ ਵਿਚਾਰ ਦਿਓ ਕਿ ਸਰਕਾਰ ਦਾ ਜ਼ਿਆਦਾ ਰੁਖ ਸੁਪਰੀਮ ਕੋਰਟ ਦੀ ਕਮੇਟੀ ਵੱਲ ਸੀ ਜਾਂ ਆਪ ਇਸ ਮੁੱਦੇ ਨੂੰ ਸੁਲਝਾਉਣ ਦੇ ਵਿੱਚ ਸੀ? ਨਹੀਂ, ਉਹ ਤਾਂ ਉਹਨਾਂ ਨੂੰ ਕਲੀਅਰ ਹੈ ਕਿ ਜਿਵੇਂ ਆਪਾਂ ਕਿਸਾਨ ਆਗੂਆਂ ਨੇ ਵੀ ਬਾਰ-ਬਾਰ ਆਪਾਂ ਕਮੈਂਟ ਕੀਤੇ ਹੋਏ ਕਿ ਅਸੀਂ ਉਸ ਕਮੇਟੀ ਨੂੰ ਮੰਨਦੇ ਹੀ ਨਹੀਂ ਤੇ ਨਾ ਆਪਾਂ ਸੁਪਰੀਮ ਕੋਰਟ 'ਚ ਗਏ। ਸਰਕਾਰ ਵੀ ਕਿਤੇ ਨਾ ਕਿਤੇ ਹੁਣ ਫਸੀ ਹੋਈ, ਉਹ ਸੁਲਝਾਉਣਾ ਤਾਂ ਆਪਣੇ ਤੌਰ ਤੇ ਚਾਹੁੰਦੀ ਹੈ, ਪਰ ਉਹ ਸੁਲਝਾਉਣਾ ਇਸ ਤਰ੍ਹਾਂ ਚਾਹੁੰਦੀ ਕਿ ਵਿੱਚ ਦਾ ਕੋਈ ਰਿਸ਼ਤਾ ਕੱਢਿਆ ਜਾਵੇ, ਇਹਦੇ ਸੋਧਾਂ ਕੀਤੀਆਂ ਜਾਣ। ਤੇ ਅੱਜ MSP ਤੇ ਉਹਨਾਂ ਕੋਈ ਗੱਲ ਕਰਨ ਤੇ ਨਕਾਰ ਕੀਤਾ। ਉਹ ਕਹਿੰਦੇ ਪਹਿਲਾਂ ਆਪਾਂ ਤਿੰਨਾਂ ਕਾਨੂੰਨਾਂ ਤੇ ਗੱਲ ਕਰਾਂਗੇ, ਪਰ ਸਰਕਾਰ ਕਿਤੇ ਨਾ ਕਿਤੇ ਫਸੀ ਵੀ ਹੈ ਤੇ ਖਾੜਾ ਵੀ ਛਡਾਉਣਾ ਚਾਹੁੰਦੀ, ਅੰਦੋਲਨ ਵੀ ਚੁਕਾਉਣਾ ਚਾਹੁੰਦੀ। ਪਰ ਇਹ ਸਰਕਾਰ ਨੂੰ ਅੱਜ ਕਲੀਅਰ ਕਰਕੇ ਆਏ ਕਿ ਅਗਲੀ ਮੀਟਿੰਗ 'ਚ ਸਾਨੂੰ ਤੁਸੀਂ ਦੱਸ ਦਿਓ ਵੀ ਕਰਨਾ ਕੀ ਹੈ ਜੀ। ਔਰ ਇਹ ਵੀ ਸਰਕਾਰ ਨੂੰ ਕਲੀਅਰ ਕੱਟ ਕਹਿ ਕੇ ਆਏ ਕਿ ਬਾਰ-ਬਾਰ ਇੱਕੋ ਹੀ ਗੱਲ ਜਿਵੇਂ ਫੁੱਟ ਪਾਉਂਦੇ ਕਿ ਤੁਸੀਂ 2-4 ਬੰਦਿਆਂ ਦੀ ਕਮੇਟੀ ਬਣਾਓ। ਅਸੀਂ ਉੱਥੇ ਬਾਰ-ਬਾਰ ਕਿਹਾ ਵੀ ਇਹ ਕਮੇਟੀ 500 ਜਥੇਬੰਦੀਆਂ ਦਾ ਨਿਚੋੜ ਕੱਢ ਕੇ 40 ਬੰਦੇ ਜਿਹੜੇ ਇੱਥੇ ਕਮੇਟੀ ਬਣਾ ਕੇ ਕਿ ਛੋਟੀ ਕਮੇਟੀ ਦੇ ਰੂਪ ਵਿੱਚ ਹੀ ਬੈਠੇ ਹੋਏ। ਪਿੱਛੇ 500 ਜਥੇਬੰਦੀਆਂ ਨੇ ਸਾਡੇ ਔਰ ਲੱਖਾਂ ਕਿਸਾਨ ਨੇ। ਸੋ ਸਰਕਾਰ ਕਿਤੇ ਨਾ ਕਿਤੇ ਲੱਗਦਾ ਹੈ ਵੀ ਥੋੜਾ ਜਿਹਾ ਮੂਡ ਵਿੱਚ ਹੈਗੀ ਹੈ ਕੁਛ ਨਾ ਕੁਛ ਕਰਨ ਦੀ, ਪਰ ਅਜੇ ਖੁੱਲ੍ਹ ਕੇ ਬੋਲ ਨਹੀਂ ਰਹੀ। ਪਰ ਆਉਣ ਵਾਲੇ ਦਿਨਾਂ 'ਚ ਮੈਨੂੰ ਜਿੱਥੇ ਕਿਉਂ ਮੇਰੀ ਨਿੱਜੀ ਰਹਿ ਕਿ ਆਪਾਂ ਨੂੰ ਖੁਸ਼ਖਬਰੀ ਜ਼ਰੂਰ ਮਿਲੂਗੀ। ਉਹ ਗੱਲ ਕਰਦੇ ਹਾਂ ਡਾਕਟਰ ਸਤਨਾਮ ਸਿੰਘ ਅਜਨਾਲਾ ਜੀ ਦੇ ਨਾਲ, ਖੇਤੀਬਾੜੀ ਐਕਸਪਰਟ ਨੇ। ਡਾਕਟਰ ਅਜਨਾਲਾ ਜੀ, ਤੁਹਾਡੇ ਕੀ ਇਹਦੇ ਪ੍ਰਤੀ ਵਿਚਾਰ ਨੇ? ਵੇਖੋ, ਇੱਕ ਤੇ ਮੀਟਿੰਗ ਜਿਹੜੀ ਹੋਈ ਜਾ ਰਹੀ ਆ, ਮੀਟਿੰਗਾਂ ਜਿਹੜੀਆਂ ਇਹ ਅਜੇ ਜਿਹੜੀ ਸਫਲਤਾ ਵੱਲ ਨਹੀਂ ਜਾ ਰਹੀ। ਜਿਤਨਾ ਸਾਡਾ ਮੋਰਚਾ ਸਫਲਤਾ ਵੱਲ ਜਾ ਰਿਹਾ ਵਾ, ਉਹ ਬਸ ਇੱਕੋ ਰੱਟ ਲਾਈ ਆ ਵੀ ਅਸੀਂ ਜਿਹੜਾ ਜੀ ਇਹ ਅਸੀਂ ਅਮੈਂਡਮੈਂਟਾਂ ਕਰਨ ਨੂੰ ਤਿਆਰ। ਅਮੈਂਡਮੈਂਟਾਂ ਦੇ ਵੇਖੋ ਤੇ ਸਾਰਿਆਂ ਨੇ ਸਾਥੀਆਂ ਨੇ ਸੁਝਾਅ ਦਿੱਤੇ ਵੀ ਬਿਲਕੁਲ ਗਲਤ ਆ। ਜਿਹੜਾ ਉਹ ਸੰਸ਼ੋਧਨ ਵਾਲਾ ਕਾਨੂੰਨ ਹੈ ਜਿਹੜਾ, ਉਹਨੂੰ ਵੀ ਅਜੇ ਆਨਾਕਾਨੀ ਕਰਦੇ ਆ, ਪਰ ਉੱਤੇ ਕੁਛ ਹਾਂ ਭਰਦੇ ਆ। ਪਰ ਚਲੋ ਵਿਚਾਰ ਚਰਚਾ ਜਾਰੀ ਆ। 19 ਤਰੀਕ ਨੂੰ ਫੇਰ 12 ਵਜੇ ਮੀਟਿੰਗ ਹੋਣੀ ਆ। ਪਰ ਇੱਕ ਗੱਲ ਹੋ ਗਈ ਆ ਵੀ 19 ਤਰੀਕ ਮੀਟਿੰਗ ਦੇ ਵਿੱਚ ਇਹ ਫੈਸਲਾ ਕੌਣ ਮੀਟਿੰਗ ਹੋਊਗਾ, ਇਹ ਗੱਲ ਸਾਹਮਣੇ ਆ ਗਈ ਆ ਵੀ ਹੁਣ ਜਿਹੜਾ ਕੋਈ ਹੋਰ ਵਿੱਚ ਵਿਚੋਲਾ ਨਹੀਂ, ਕੋਈ ਸੁਪਰੀਮ ਕੋਰਟ ਨਹੀਂ, ਇਹ ਸਰਕਾਰ ਤੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਹੀ ਗੱਲਬਾਤ ਹੋ ਗਈ ਤੇ ਇਹਦਾ ਹੱਲ ਹੋਏਗਾ। ਧੰਨਵਾਦ। ਸਾਡੇ ਨਾਲ ਸਰਦਾਰ ਓਮਕਾਰ ਸਿੰਘ ਜੀ ਨੇ, ਤੁਹਾਡੇ ਉੱਤੇ ਵਿਚਾਰ ਜੀ? ਦੇਖੋ, ਸਰਕਾਰ ਬਾਰ-ਬਾਰ ਜਿਹੜੇ ਮੀਟਿੰਗਾਂ ਕਰ ਰਹੀ ਹੈ, ਸਾਡਾ ਜਿਹੜਾ ਐਕਟਿਵ ਹੈ, ਅਸੀਂ ਪੋਜੀਟਿਵ ਹਾਂ। ਉਹਦੇ ਵਿੱਚ ਸਾਡੀ ਦਲੀਲ ਦੀ ਉਹਨਾਂ ਕੋਲ ਜਵਾਬ ਕੋਈ ਨਹੀਂ ਹੈ। ਬਾਰ-ਬਾਰ ਮੀਟਿੰਗਾਂ ਜ਼ਰੂਰ ਕਰ ਰਹੇ ਨੇ, ਪਰ ਅਸੀਂ ਉਹਨਾਂ ਨੂੰ, ਸਾਡਾ ਜਿਹੜਾ ਅੰਦੋਲਨ ਹੈ ਉਹ ਹੋਰ ਅੱਗੇ ਵਧ ਰਿਹਾ ਹੈ ਔਰ ਸਾਨੂੰ ਸਮਰਥਨ ਵੱਧ ਤੋਂ ਵੱਧ ਮਿਲ ਰਿਹਾ ਹੈ। ਕਿਸਾਨ ਜੁੜਦੇ ਜਾ ਰਹੇ ਨੇ ਔਰ ਸ਼ਾਂਤਮਈ ਅੰਦੋਲਨ ਹੋਏਗਾ। ਸ਼ਾਂਤਮਈ ਤਰੀਕੇ ਨਾਲ ਅੰਦੋਲਨ ਹੈ ਜਿਹੜਾ ਸੱਤਿਆਗ੍ਰਹਿ ਹੈ
ਉਹਨੂੰ ਕੋਈ ਹਰਾਉਣ ਵਾਲਾ ਨਹੀਂ। ਸਰਕਾਰ ਨੂੰ ਮੰਨਣਾ ਹੀ ਪਏਗਾ, ਝੁਕਣਾ ਪਏਗਾ। ਜਿਵੇਂ ਤੁਹਾਨੂੰ ਸਾਰੇ ਸਾਡੇ ਯੂਨੀਅਨ ਪ੍ਰੈਜ਼ੀਡੈਂਟਸ ਨੇ ਦੱਸਿਆ ਕਿ ਕਿਵੇਂ ਕਿਵੇਂ ਸਰਕਾਰ ਦੇ ਨਾਲ ਅੰਦਰ ਸਰਕਾਰ ਦਾ ਗੱਲਬਾਤ ਹੋਈ ਹੈ ਹਰ ਇੱਕ ਟੌਪਿਕ ਦੇ ਉੱਪਰ, MSP ਨੂੰ ਲੈ ਕੇ ਜਾਂ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਲੈ ਕੇ। ਜੋ ਵੀ ਅਪਡੇਟ ਸੀ ਉਹ ਤੁਹਾਨੂੰ ਬਰੀਫ ਦੇ ਵਿੱਚ ਸਾਰਿਆਂ ਵੱਲੋਂ ਦੱਸਿਆ ਗਿਆ ਹੈ। ਅੱਗੇ ਵੀ ਕੋਈ ਵੀ ਅਪਡੇਟ ਹੋਵੇਗਾ ਤੁਹਾਡੇ ਨਾਲ ਰਾਤ ਨੂੰ ਸ਼ੇਅਰ ਕਰਾਂਗੇ। ਬਸ ਇੰਨੀਆਂ ਗੱਲਾਂ ਕਹਿੰਦਾ ਹੋਇਆ ਧੰਨਵਾਦ, ਥੈਂਕ ਯੂ।